ਹੈਲੋ ਐਵਰੀਵਨ, ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਾਂ ਪੋਲਿਟੀ ਦਾ ਲੈਕਚਰ। ਅਤੇ ਇਹਦੇ ਵਿੱਚ ਆਪਾਂ ਡਿਟੇਲ ਵੀ ਇਹਦੇ ਵਿੱਚ ਪੜ੍ਹਾਂਗੇ ਪਾਰਲੀਮੈਂਟ ਬਾਰੇ। ਸੋ ਬਹੁਤ ਸਾਰੀਆਂ ਗੱਲਾਂ ਆਪਾਂ ਪੜ੍ਹੀਆਂ ਕਿ ਪਾਰਲੀਮੈਂਟ ਦੇ ਵਿੱਚ ਦੋ ਹਾਊਸਿਸ ਹੁੰਦੇ ਆ, ਲੋਕ ਸਭਾ ਅਤੇ ਰਾਜ ਸਭਾ। ਅਤੇ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੁੰਦਾ ਇੰਟੈਗਰਲ ਪਾਰਟ ਹੁੰਦਾ ਪਾਰਲੀਮੈਂਟ ਦਾ। 79 ਨੰਬਰ ਆਰਟੀਕਲ ਤੋਂ ਲੈ ਕੇ 122 ਨੰਬਰ ਆਰਟੀਕਲ ਤੱਕ ਪਾਰਲੀਮੈਂਟ ਦੇ ਨਾਲ ਡੀਲ ਕਰਦੇ ਆ। ਸੋ ਆਪਾਂ ਪੜ੍ਹਿਆ ਸੀਗਾ ਪ੍ਰੈਜ਼ਾਈਡਿੰਗ ਆਫਿਸਰ ਜਿਹੜਾ ਲੋਕ ਸਭਾ ਦਾ ਹੁੰਦਾ ਉਹਨੂੰ ਸਪੀਕਰ ਕਹਿੰਦੇ, ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਰਾਜ ਸਭਾ ਦਾ ਹੁੰਦਾ ਉਹਨੂੰ ਚੇਅਰਮੈਨ ਕਹਿੰਦੇ ਆ। ਠੀਕ ਹੈ, ਸੋ ਇਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਿਆ ਸੀ। ਜਿਹੜੇ ਸਪੀਕਰ ਦੇ ਇਲੈਕਸ਼ਨ ਹੁੰਦੇ ਆ ਉਹਦੀ ਜਿਹੜੀ ਡੇਟ ਹੈਗੀ ਆ ਕੌਣ ਡਿਸਾਈਡ ਕਰਦਾ ਹੁੰਦਾ? ਪ੍ਰੈਜ਼ੀਡੈਂਟ। ਅਤੇ ਜਿਹੜਾ ਆਪਣਾ ਡਿਪਟੀ ਸਪੀਕਰ ਦੀ ਡੇਟ ਕੌਣ ਡਿਸਾਈਡ ਕਰਦਾ ਹੁੰਦਾ? ਸਪੀਕਰ ਖੁਦ ਕਰਦਾ ਹੁੰਦਾ। ਸੋ ਜਿਹੜਾ ਪਹਿਲਾ ਸੈਸ਼ਨ ਹੁੰਦਾ ਹਰ ਲੋਕ ਸਭਾ ਦਾ ਤਾਂ ਉਹਨੂੰ ਕੌਣ ਹੈਡ ਕਰਦਾ ਹੁੰਦਾ? ਉਹਨੂੰ ਪ੍ਰੋਟਮ ਸਪੀਕਰ ਹੈਡ ਕਰਦਾ ਹੁੰਦਾ, ਜੋ ਕਿ ਅਪੋਇੰਟ ਕੀਤਾ ਜਾਂਦਾ ਹੁੰਦਾ ਪ੍ਰੈਜ਼ੀਡੈਂਟ ਦੁਆਰਾ। ਪ੍ਰੋਟਮ ਸਪੀਕਰ ਦਾ ਮਤਲਬ ਕੀ ਹੁੰਦਾ? ਇੱਕ ਤਰ੍ਹਾਂ ਦਾ ਟੈਂਪਰੇਰੀ ਸਪੀਕਰ ਅਪੋਇੰਟ ਕੀਤਾ ਜਾਂਦਾ ਜਦੋਂ ਤੱਕ ਕੋਈ ਪਰਮਾਨੈਂਟ ਸਪੀਕਰ ਹਜੇ ਤੱਕ ਇਲੈਕਟ ਨਹੀਂ ਕੀਤਾ ਗਿਆ ਬਾਈ ਦੀ ਲੋਕ ਸਭਾ। ਸੋ ਜਿਹੜਾ ਸਪੀਕਰ ਹੁੰਦਾ ਮੋਸਟਲੀ ਕੀ ਵੈਸੇ ਜਿਹੜਾ ਸਪੀਕਰ ਹੁੰਦਾ ਉਹ ਜਿਹੜੀ ਮੈਜੋਰਿਟੀ ਪਾਰਟੀ ਹੁੰਦੀ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਦੇ ਤੋਂ ਹੀ ਬਿਲੋਂਗ ਕਰਦਾ ਹੁੰਦਾ। ਠੀਕ ਹੈ ਜੀ। ਅਤੇ ਬਾਅਦ ਦੇ ਵਿੱਚ ਆਪਾਂ ਪੜ੍ਹਿਆ ਸੀ ਡਿਪਟੀ ਸਪੀਕਰ ਬਾਰੇ ਕੁਝ ਗੱਲਾਂ, ਉਹ ਜ਼ਿਆਦਾ ਇੰਨੀਆਂ ਖਾਸ ਨਹੀਂ ਸੀਗੀਆਂ। ਜਦੋਂ ਸਪੀਕਰ ਐਬਸੈਂਟ ਹੁੰਦਾ ਤਾਂ ਡਿਪਟੀ ਸਪੀਕਰ ਉਹਦੀ ਪਲੇਸ ਲੈ ਲੈਂਦਾ ਹੁੰਦਾ ਸਪੀਕਰ ਦੀ। ਠੀਕ ਹੈ ਜੀ। ਅਤੇ ਜਿਹੜਾ ਆਪਣਾ ਚੇਅਰਮੈਨ ਹੁੰਦਾ, ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਐਕਸ ਆਫਿਸਰ ਚੇਅਰਮੈਨ ਹੁੰਦਾ ਆਪਣਾ ਰਾਜ ਸਭਾ ਦਾ। ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹੀ ਆਪਣਾ ਐਕਸ ਆਫਿਸ਼ੀਅਲ ਚੇਅਰਮੈਨ ਵੀ ਹੁੰਦਾ ਰਾਜ ਸਭਾ ਦਾ। ਸੋ ਜਿਹੜਾ ਬੰਦਾ ਵਾਈਸ ਪ੍ਰੈਜ਼ੀਡੈਂਟ ਅਪੋਇੰਟ ਕੀਤਾ ਜਾਊਗਾ ਉਹੀ ਬੰਦਾ ਅੱਗੇ ਐਕਟ ਕਰੂਗਾ ਐਜ਼ ਏ ਚੇਅਰਮੈਨ ਆਫ ਰਾਜ ਸਭਾ। ਠੀਕ ਹੈ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਤੁਸੀਂ ਸਮਝਣਾ। ਜਦੋਂ ਵਾਈਸ ਪ੍ਰੈਜ਼ੀਡੈਂਟ ਦੀ ਤਰ੍ਹਾਂ ਐਕਟ ਕਰੂਗਾ ਤਾਂ ਉੱਥੇ ਡਿਪਟੀ ਚੇਅਰਮੈਨ ਉੱਥੇ ਚੇਅਰਮੈਨ ਦੀ ਕੁਰਸੀ ਸੰਭਾਲ ਲੂਗਾ। ਠੀਕ ਹੈ, ਸੋ ਇਹ ਸਾਰੀਆਂ ਗੱਲਾਂ ਹੈਗੀਆਂ। ਬਾਕੀ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07 'ਤੇ। ਜੋ ਵੀ ਆਪਣੀ ਕੁਇਰੀਜ਼ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ। ਬਾਕੀ ਜਿਹੜੀ ਸਾਡੀ CBC ਐਗਜ਼ਾਮ ਗੁਰੂ ਐਪ ਹੈਗੀ ਉਹਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ 'ਤੇ, ਅਤੇ ਜਿਹੜੀ ਸਾਡੀ ਟੈਸਟ ਸੀਰੀਜ਼ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ। ਸੋ ਇਹ ਸੀਗਾ ਆਪਣਾ ਜੋ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਪਾਰਲੀਮੈਂਟ ਬਾਰੇ ਪੜ੍ਹਿਆ। ਹੁਣ ਆਪਾਂ ਪੜ੍ਹਾਂਗੇ ਫਰਦਰ ਜੋ ਚੀਜ਼ਾਂ ਹੈਗੀਆਂ, ਜਿਹੜੀਆਂ ਕਿਹੜੀ ਡਿਵਾਈਸਿਸ ਹੈਗੀਆਂ ਜੋ ਪਾਰਲੀਮੈਂਟ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ, ਜਿਵੇਂ ਕਿ ਕੁਐਸਚਨ ਆਵਰ ਹੋ ਗਿਆ, 0 ਆਵਰ ਹੋ ਗਿਆ, ਜਾਂ ਸਟਾਰਟ ਕੁਐਸਚਨ ਹੋ ਗਏ, ਨੋ ਕੌਨਫੀਡੈਂਸ ਮੋਸ਼ਨ ਹੋ ਗਿਆ, ਐਡਜਰਨਮੈਂਟ ਮੋਸ਼ਨ ਹੋ ਗਿਆ। ਸੋ ਸਾਰੀਆਂ ਗੱਲਾਂ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਡਿਟੇਲ ਵੇ ਦੇ ਵਿੱਚ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਸੋ ਤੁਸੀਂ ਪਲੀਜ਼ ਜ਼ਰੂਰ ਦੱਸਣਾ ਵੀ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ, ਕਮੈਂਟ ਸੈਕਸ਼ਨ ਜਾ ਕੇ ਜ਼ਰੂਰ ਦੱਸੋ। ਠੀਕ ਹੈ, ਸੋ ਪ੍ਰੋਟਮ ਸਪੀਕਰ ਕੀ ਹੁੰਦਾ? ਜੋ ਟੈਂਪਰੇਰੀ ਸਪੀਕਰ ਹੁੰਦਾ, ਜਿਹੜਾ ਫਸਟ ਸੈਸ਼ਨ ਹੁੰਦਾ ਲੋਕ ਸਭਾ ਦਾ, ਉਦੋਂ ਜਦੋਂ ਟੈਂਪਰੇਰੀ ਸਪੀਕਰ ਅਪੋਇੰਟ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਪ੍ਰੋਟਮ ਸਪੀਕਰ। ਸੋ ਪ੍ਰੋਟਮ ਸਪੀਕਰ ਪ੍ਰੈਜ਼ੀਡੈਂਟ ਦੁਆਰਾ ਅਪੋਇੰਟ ਕੀਤਾ ਜਾਂਦਾ ਹੁੰਦਾ। ਜਦੋਂ ਤੱਕ ਜਿਹੜੀ ਆਪਣੀ ਫਸਟ ਲੋਕ ਸਭਾ ਹੁੰਦੀ ਹੈ ਉਦੋਂ ਫਸਟ ਸੈਸ਼ਨ ਹੁੰਦਾ ਆਪਣਾ, ਉਸ ਤੋਂ ਪਹਿਲਾਂ ਕੋਈ ਵੀ ਸਪੀਕਰ ਅਪੋਇੰਟ ਨਹੀਂ ਕੀਤਾ ਹੁੰਦਾ ਤਾਂ ਇਲੈਕਸ਼ਨ ਹੁੰਦੇ ਆ ਸਪੀਕਰ ਲਈ। ਸੋ ਇਲੈਕਸ਼ਨ ਹੋਣ ਤੋਂ ਪਹਿਲਾਂ ਕੋਈ ਬੰਦਾ ਤਾਂ ਐਜ਼ ਏ ਸਪੀਕਰ ਜਾਂ ਕਹਿ ਸਕਦੇ ਹਾਂ ਐਜ਼ ਏ ਪ੍ਰੈਜ਼ਾਈਡਿੰਗ ਆਫਿਸਰ ਐਕਟ ਕਰੂਗਾ ਉੱਥੇ। ਜੋ ਟੈਂਪਰੇਰੀ ਉੱਥੇ ਪਰਸਨ ਐਕਟ ਕਰਦਾ ਹੁੰਦਾ ਉਹਨੂੰ ਪ੍ਰੋਟਮ ਸਪੀਕਰ ਕਿਹਾ ਜਾਂਦਾ ਹੁੰਦਾ। ਸੋ ਬਹੁਤ ਹੀ ਇੰਪੋਰਟੈਂਟ ਹੈਗਾ ਐਜ਼ ਪ੍ਰੋਵਾਈਡਡ ਬਾਈ ਦਾ ਕੌਨਸਟੀਟਿਊਸ਼ਨ। ਹੁਣ ਇੱਥੇ ਤੁਸੀਂ ਗੱਲ ਧਿਆਨ ਰੱਖਣੀ ਹੈ, ਜਿਹੜੇ ਸਪੈਸ਼ਲੀ ਜਿਹੜੇ PPSC ਦੇ ਪ੍ਰੀਪਰੇਸ਼ਨ ਕਰ ਰਹੇ ਆ ਉੱਥੇ ਤੁਸੀਂ ਉਹਨਾਂ ਨੇ ਜ਼ਿਆਦਾ ਖਾਸ ਕਰਕੇ ਧਿਆਨ ਰੱਖਣਾ ਹੈ ਵੀ ਜਿਹੜਾ ਪ੍ਰੋਟਮ ਸਪੀਕਰ ਦੀ ਪੋਜੀਸ਼ਨ ਹੈਗੀ ਹੈ ਉਹ ਕੌਨਸਟੀਟਿਊਸ਼ਨਲ ਇਨ ਨੇਚਰ ਹੈਗੀ ਹੈ, ਨਾ ਕਿ ਕੋਈ ਆਪਣਾ ਐਕਟ ਦੁਆਰਾ ਪਾਸ ਕੀਤੀ ਗਈ ਹੈ, ਨਾ ਕੁਛ ਨੋਨ ਸਟੈਚੂਟਰੀ ਹੈਗੀ ਹੈ, ਨਾ ਸਟੈਚੂਟਰੀ ਹੈਗੀ। ਆਪਣੇ ਕੌਨਸਟੀਟਿਊਸ਼ਨਲ ਬੇਸਿਸ 'ਤੇ ਹੈਗੀ ਹੈ ਪ੍ਰੋਟਮ ਸਪੀਕਰ ਦੀ ਜਿਹੜੀ ਪੋਜੀਸ਼ਨ ਹੈਗੀ ਹੈ। ਐਜ਼ ਪਰ ਦਾ ਕੌਨਸਟੀਟਿਊਸ਼ਨ ਦਾ ਸਪੀਕਰ ਆਫ ਦਾ ਲਾਸਟ ਲੋਕ ਸਭਾ ਵੈਕੇਟ ਹਿਸ ਸੀਟ immediately before the first meeting of the newly elected ਲੋਕ ਸਭਾ। ਜਿਹੜਾ ਲਾਸਟ ਜਿਵੇਂ ਹੁਣ ਕਹਿ ਸਕਦੇ ਹਾਂ ਵੀ ਜਿਹੜੀ 2019 ਦੇ ਵਿੱਚ ਲੋਕ ਸਭਾ ਦੀ ਸਪੀਕਰ ਸੀ ਸੁਮਿਤਰਾ ਮਹਾਜਨ, ਉਹਨਾਂ ਨੇ ਆਪਣੀ ਸੀਟ ਵੈਕਟ ਕਰਤੀ ਸੀ ਕਿ ਜਦੋਂ ਮਤਲਬ ਇਹਨਾਂ ਦਾ ਪੂਰਾ ਕਾਰਿਆਕਾਲ ਹੋ ਗਿਆ ਸੀਗਾ, ਇਹਨਾਂ ਦੇ ਇਲੈਕਸ਼ਨ ਖਤਮ ਹੋ ਗਏ ਸੀਗੇ। ਜਦੋਂ ਫਸਟ ਸਿਟਿੰਗ ਹੋਣ ਵਾਲੀ ਸੀਗੀ ਤਾਂ ਉਹਨਾਂ ਨੇ ਆਪਣੀ ਸੀਟ ਵੈਕਟ ਕਰਤੀ ਸੀਗੀ। ਹੁਣ ਫਸਟ ਸਿਟਿੰਗ ਵਿੱਚ ਤਾਂ ਕੋਈ ਬੰਦਾ ਬਹਿਣਾ ਚਾਹੀਦਾ, ਕੋਈ ਪ੍ਰੈਜ਼ਾਈਡਿੰਗ ਆਫਿਸਰ ਹੋਣਾ ਚਾਹੀਦਾ। ਸੋ ਉਹ ਜਿਹੜਾ ਟੈਂਪਰੇਰੀ ਪ੍ਰੈਜ਼ਾਈਡਿੰਗ ਆਫਿਸਰ ਅਪੋਇੰਟ ਕੀਤਾ ਜਾਂਦਾ ਪ੍ਰੈਜ਼ੀਡੈਂਟ ਦੁਆਰਾ, ਉਸ ਚੀਜ਼ ਨੂੰ ਕਿਹਾ ਜਾਂਦਾ ਪ੍ਰੋਟਮ ਸਪੀਕਰ। ਠੀਕ ਹੈ, ਸੋ ਬਿਫੋਰ ਦਾ ਫਸਟ ਮੀਟਿੰਗ ਆਫ ਨਿਊਲੀ ਇਲੈਕਟਿਡ ਲੋਕ ਸਭਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋ ਨੈਕਸਟ ਹੈਗਾ ਦੇਅਰਫੋਰ ਦਾ ਪ੍ਰੈਜ਼ੀਡੈਂਟ ਅਪੋਇੰਟਸ ਅ ਮੈਂਬਰ ਆਫ ਦਾ ਲੋਕ ਸਭਾ ਐਜ਼ ਅ ਸਪੀਕਰ ਆਫ ਪ੍ਰੋਟਮ। Usually the senior most member is elected for this. The president himself administers the oath of the protem speaker. बहुत ही इंपॉर्टेंट पॉइंट हैगा। UPSC ਵਿੱਚ ਕਈ ਵਾਰੀ ਕੁਐਸਚਨ ਪੁੱਛਿਆ ਗਿਆ ਵੀ ਜਿਹੜੀ ਪ੍ਰੋਟਮ ਸਪੀਕਰ ਦੀ ਓਥ ਹੈ ਉਹ ਕੌਣ ਦਵਾਉਂਦਾ ਹੁੰਦਾ, ਤਾਂ ਆਪਣਾ ਆਨਸਰ ਆ ਜਾਊਗਾ ਪ੍ਰੈਜ਼ੀਡੈਂਟ ਆਪ ਓਥ ਦਵਾਉਂਦਾ ਹੁੰਦਾ ਪ੍ਰੋਟਮ ਸਪੀਕਰ ਦੀ। ਠੀਕ ਹੈ ਜੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ।
ਸਪੀਕਰ ਦੀ ਓਥ ਕਦੀ ਅੱਡ ਨਹੀਂ ਹੁੰਦੀ, ਮਤਲਬ ਜਿਹੜੇ ਬਾਕੀ ਐਜ਼ ਏ ਮੈਂਬਰ ਆਫ ਪਾਰਲੀਮੈਂਟ ਦੀ ਓਥ ਹੁੰਦੀ ਹੈ ਉੱਦਾਂ ਹੀ ਸਪੀਕਰ ਦੀ ਓਥ ਹੁੰਦੀ ਹੈ, ਸਪੀਕਰ ਦੀ ਕੋਈ ਅੱਡ ਓਥ ਨਹੀਂ ਹੁੰਦੀ, ਪਰ ਜਿਹੜਾ ਪ੍ਰੋਟਮ ਸਪੀਕਰ ਹੁੰਦਾ ਉਹਦੀ ਅੱਡ ਓਥ ਕਰਵਾਈ ਜਾਂਦੀ ਹੁੰਦੀ ਹੈ। ਬਹੁਤ ਹੀ ਇੰਪੋਰਟੈਂਟ ਹੈ ਪੁਆਇੰਟ ਹੈਗਾ, ਜਿਹੜੀ ਪ੍ਰੈਜ਼ੀਡੈਂਟ ਪ੍ਰੋਟਮ ਸਪੀਕਰ ਦੀ ਇੱਕ ਅੱਡ ਓਥ ਕਰਾਉਂਦਾ ਹੁੰਦਾ, ਮਤਲਬ ਓਥ ਕੀ ਹੁੰਦਾ, ਸਵੀਰਿੰਗ ਸੈਰਮਨੀ ਕਹਿ ਸਕਦੇ ਹਾਂ ਆਪਾਂ, ਅੱਡ ਇੱਕ ਸਵੀਰਿੰਗ ਸੈਰਮਨੀ ਕਨੈਕਟ ਕੀਤੀ ਜਾਂਦੀ ਹੁੰਦੀ ਹੈ ਬਾਈ ਦੀ ਪ੍ਰੈਜ਼ੀਡੈਂਟ। ਪਰ ਸਪੀਕਰ ਦੀ ਅੱਡ ਓਥ ਨਹੀਂ ਹੁੰਦੀ, ਉਹ ਐਜ਼ ਏ ਮੈਂਬਰ ਆਫ ਪਾਰਲੀਮੈਂਟ ਦੀ ਓਥ ਲੈਂਦਾ ਹੁੰਦਾ, ਨਾ ਕਿ ਐਜ਼ ਏ ਸਪੀਕਰ ਦੀ। ਸਪੀਕਰ ਦੀ ਆਪਣੀ ਕੋਈ ਅੱਡ ਓਥ ਨਹੀਂ ਹੁੰਦੀ, ਪ੍ਰੋਟਮ ਸਪੀਕਰ ਦੀ ਅੱਡ ਆਪਣੀ ਓਥ ਹੁੰਦੀ ਹੈ। ਠੀਕ ਹੈ, ਸੋ ਇਹ ਗੱਲਾਂ ਛੋਟੀਆਂ ਹੈਗੀਆਂ, ਤੁਸੀਂ ਜੋ ਧਿਆਨ ਦੇ ਵਿੱਚ ਰੱਖਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਐਕਸਟ੍ਰੀਮਲੀ ਜ਼ਰੂਰੀ ਹੈਗੀਆਂ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਜੋ ਆਪਣੇ ਲਈ ਇੰਪੋਰਟੈਂਟ ਚੀਜ਼ਾਂ ਹੈਗੀਆਂ ਆਪਾਂ ਉਹੀ ਕਰ ਰਹੇ ਹਾਂ, ਫਰਦਰ ਤੁਹਾਡੀ ਅੰਡਰਸਟੈਂਡਿੰਗ ਨੂੰ ਇਨਹਾਂਸ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਹੋਪਫੁਲੀ ਤੁਹਾਨੂੰ ਜਿਹੜਾ ਪ੍ਰੋਟਮ ਸਪੀਕਰ ਦਾ ਕਨਸੈਪਟ ਹੈਗਾ ਹੋਪਫੁਲੀ ਡਿਟੇਲ ਦੇ ਵਿੱਚ ਸਮਝ ਆ ਗਿਆ ਹੋਊਗਾ। ਜੇ ਫਿਰ ਵੀ ਕਿਸੇ ਨੂੰ ਦਿੱਕਤ ਹੈਗੀ ਕਮੈਂਟ ਸੈਕਸ਼ਨ 'ਚ ਪੁੱਛ ਸਕਦਾ, ਤੁਹਾਨੂੰ ਸਮਝਾਈ ਜਾਊਗੀ ਬਾਅਦ ਦੇ ਵਿੱਚ ਕੋਈ ਨਾ ਕੋਈ ਚੀਜ਼। ਠੀਕ ਹੈ, ਸੋ ਵਿਪ ਬਾਰੇ ਪੜ੍ਹਦੇ ਹਾਂ ਆਪਾਂ। Though the office of the leader of the house and the leader of the opposition are not mentioned in the Constitution of India, they are mentioned in the rules of the house and the parliamentary statute respectively। बहुत इंपॉर्टेंट पॉइंट हैगा भी ਜਿਹੜਾ ਲੀਡਰ ਆਫ ਹਾਊਸ ਹੈਗਾ, ਲੀਡਰ ਆਫ ਆਪੋਜੀਸ਼ਨ ਹੈਗਾ, ਉਹ ਕਿਤੇ ਵੀ ਆਪਣੇ ਮਤਲਬ ਕੌਨਸਟੀਟਿਊਸ਼ਨ 'ਚ ਮੈਂਸ਼ਨ ਨਹੀਂ ਕੀਤਾ ਹੋਇਆ, ਉਹ ਆਪਣੀ ਜਿਹੜੀ ਪਾਰਲੀਮੈਂਟ ਦੀ ਰੂਲ ਬੁੱਕ ਹੈਗੀ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਜਿਹੜੀਆਂ ਲੀਡਰ ਆਫ ਆਪੋਜੀਸ਼ਨ ਜਾਂ ਕਹਿ ਸਕਦੇ ਹਾਂ ਵੀ ਆਪਣੀ ਲੀਡਰ ਆਫ ਹਾਊਸ ਹੈਗਾ, ਕੌਨਸਟੀਟਿਊਸ਼ਨ ਸਟੇਟਸ ਹੈ ਨਹੀਂ ਗਾ, ਇਹਨਾਂ ਕੋਲ ਸਟੈਚੂਟਰੀ ਸਟੇਟਸ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਕਈ ਵਾਰੀ ਆਪਾਂ ਨੂੰ ਪੁੱਛ ਲਿਆ ਜਾਂਦਾ, ਆਪਾਂ ਲਾਸਟ ਲੈਕਚਰ 'ਚ ਕੀਤਾ ਵੀ ਹੈਗਾ ਵੀ ਜਿਹੜਾ ਲੀਡਰ ਆਫ ਆਪੋਜੀਸ਼ਨ ਹੈਗਾ ਸਟੈਚੂਟਰੀ ਇਨ ਨੇਚਰ ਹੈਗਾ, ਨਾ ਕਿ ਕੌਨਸਟੀਟਿਊਸ਼ਨ ਇਨ ਨੇਚਰ ਹੈਗਾ। ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਵੀ ਹੋਇਆ ਵੀ ਜਿਹੜੀ ਲੀਡਰ ਆਫ ਆਪੋਜੀਸ਼ਨ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਸਟੈਚੂਟਰੀ ਹੈਗੀ ਹੈ, ਨੋਨ ਸਟੈਚੂਟਰੀ ਹੈਗੀ ਹੈ, ਕੌਨਸਟੀਟਿਊਸ਼ਨਲ ਹੈਗੀ ਹੈ, ਨੋਨ ਕੌਨਸਟੀਟਿਊਸ਼ਨਲ ਹੈਗੀ ਹੈ, ਤਾਂ ਆਪਣਾ ਆਨਸਰ ਆ ਜਾਊਗਾ ਸਟੈਚੂਟਰੀ ਪੋਜੀਸ਼ਨ ਹੈਗੀ ਆਪਣੇ ਜਿਹੜਾ ਕਹਿ ਸਕਦੇ ਹਾਂ ਲੀਡਰ ਆਫ ਆਪੋਜੀਸ਼ਨ ਦੀ। ਠੀਕ ਹੈ, ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਆ। ਸੋ ਨੈਕਸਟ ਪੜ੍ਹਦੇ ਹਾਂ। ਦ ਆਫਿਸ ਆਫ ਦ ਵਿਪ ਔਨ ਦ ਅਦਰ ਹੈਂਡ ਇਜ਼ ਮੈਂਸ਼ਨ ਨੀਦਰ ਇਨ ਦ ਕੌਨਸਟੀਟਿਊਸ਼ਨ ਆਫ ਇੰਡੀਆ ਨੋਰ ਇਨ ਦ ਰੂਲਸ ਆਫ ਦ ਹਾਊਸ ਨੋਰ ਇਨ ਦ ਪਾਰਲੀਮੈਂਟਰੀ ਸਟੈਚੂਟ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ, ਜਿਹੜਾ ਵਿਪ ਦਾ ਆਫਿਸ ਹੈਗਾ ਉਹ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ, ਨਾ ਆਪਣੇ ਰੂਲਸ ਐਂਡ ਪ੍ਰੋਸੀਜਰ ਦੇ ਵਿੱਚ, ਨਾ ਕੌਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਕੀਤਾ, ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਹੜਾ ਵਿਪ ਹੁੰਦਾ ਕੀ ਹੈ, ਹੁਣ ਮੈਂ ਤੁਹਾਨੂੰ ਸਮਝਾਉਣਾ ਵਿਪ ਹੁੰਦਾ ਕੀ ਹੈ। ਇਹ ਥੋੜ੍ਹੀਆਂ ਜਿਹੀਆਂ ਬੇਸਿਕ ਗੱਲਾਂ ਸੀ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਵਿਪ ਬਾਰੇ। ਹੁਣ ਮੈਂ ਤੁਹਾਨੂੰ ਸਮਝਾਉਣਾ ਵੀ ਵਿਪ ਹੁੰਦਾ ਕੀ ਹੈ। ਸਪੋਜ਼ ਕਰ ਲਓ ਇੱਕ ਕਾਂਗਰਸ ਪਾਰਟੀ ਹੈਗੀ ਹੈ, ਉਹਦੀ ਇੱਕ ਆਪਣੀ ਵਿਪ ਹੋਊਗਾ, ਵਿਪ ਦਾ ਆਫਿਸ ਹੋਊਗਾ। ਵਿਪ ਦਾ ਕੰਮ ਕੀ ਹੋਊਗਾ, ਕਾਂਗਰਸ ਪਾਰਟੀ ਦੇ ਵਿੱਚ ਡਿਸਿਪਲਿਨ ਨੂੰ ਮੇਨਟੇਨ ਕਰਨਾ। ਹਰ ਇੱਕ ਪਾਰਟੀ ਦੀ ਆਪਣੀ ਵਿਪ ਦਾ ਆਫਿਸ ਹੁੰਦਾ। ਵਿਪ ਦਾ ਕੰਮ ਕੀ ਹੁੰਦਾ, ਡਿਸਿਪਲਿਨਰੀ ਐਕਸ਼ਨ ਲੈਣਾ ਮੈਂਬਰਸ 'ਤੇ, ਵੀ ਹਾਂ ਕੋਈ ਮੈਂਬਰ ਨਹੀਂ ਆ ਰਹੇ ਪਾਰਲੀਮੈਂਟ ਦੇ ਵਿੱਚ, ਆਪਣੇ ਸੈਸ਼ਨ ਨਹੀਂ ਕੰਡਕਟ ਕਰਵਾ ਰਹੇ, ਤਾਂ ਵਿਪ ਦਾ ਕੰਮ ਹੋਊਗਾ ਉਹਨਾਂ ਨੂੰ ਕਾਲ ਕਰੇ ਜਾਂ ਕਹਿ ਸਕਦੇ ਨੋਟਿਸ ਜਾਰੀ ਕਰੇ ਵੀ ਹਾਂ ਤੁਸੀਂ ਆਫਿਸ ਕਿਉਂ ਨਹੀਂ ਆ ਰਹੇ ਹੋ, ਜਾਂ ਮਤਲਬ ਉਹਨਾਂ ਨੂੰ ਕਵੇ ਵੀ ਹਾਂ ਵੀ ਤੁਹਾਡਾ ਆਫਿਸ ਆਉਣਾ ਜ਼ਰੂਰੀ ਹੈਗਾ। ਟਾਈਮ ਟੂ ਟਾਈਮ ਜੋ ਇਹਨਾਂ ਦੀ ਮੀਟਿੰਗਸ ਹੁੰਦੀਆਂ, ਜਿਵੇਂ ਸਪੋਜ਼ ਕਰ ਲਓ ਹੁਣ ਕੱਲ੍ਹ ਨੂੰ ਕਾਂਗਰਸ ਦੀ ਮੀਟਿੰਗ ਹੈਗੀ ਹੈ ਜਾਂ ਕਹਿ ਸਕਦੇ ਹਾਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਹੈਗਾ, ਤਾਂ ਜਿਹੜੇ ਸਾਰੀਆਂ ਗੱਲਾਂ ਕਨਵੇ ਕੌਣ ਕਰਦਾ ਹੁੰਦਾ, ਮੈਸੇਜ ਕੌਣ ਭੇਜਦਾ ਹੁੰਦਾ, ਵਿਪ ਦਾ ਕੰਮ ਹੁੰਦਾ ਸਾਰਾ ਕੁਛ ਕਰਨਾ। ਵਿਪ ਕੀ ਹੁੰਦਾ, ਇੱਕ ਤਰ੍ਹਾਂ ਦਾ ਮੈਨੇਜਮੈਂਟ ਕਰਨੀ ਹੁੰਦੀ ਹੈ ਪਾਰਟੀ ਦੀ, ਵੀ ਹਾਂ ਤੁਸੀਂ ਪਾਰਲੀਮੈਂਟ ਦੇ ਟੁਵਾਰਡ ਤੁਹਾਡੇ ਇਹ ਕੰਮ ਹੈਗੇ ਆ, ਇਹ ਤੁਹਾਨੂੰ ਅਸਾਈਨ ਕੀਤੇ ਗਏ ਆ, ਇੱਦਾਂ ਦੇ ਕੰਮ ਹੈਗੇ ਆ। ਸੋ ਇਹ ਸਾਰੇ ਕੰਮ ਵਿਪ ਕਰਦਾ ਹੁੰਦਾ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਤੁਹਾਨੂੰ ਸਿਰਫ ਇੱਦਾਂ ਹੀ ਪੁੱਛਿਆ ਜਾਊਗਾ, ਅਗਰ ਤੁਸੀਂ ਪਟਵਾਰੀ ਦੀ ਪ੍ਰਿਪਰੇਸ਼ਨ ਕਰ ਰਹੇ ਹੋ ਜਾਂ ਮਤਲਬ ਕਲਰਕ ਦੀ ਪ੍ਰਿਪਰੇਸ਼ਨ ਕਰ ਰਹੇ ਹੋ, ਤਾਂ ਆਪਾਂ ਨੂੰ ਪੁੱਛ ਲਿਆ ਜਾਊਗਾ ਸਿੰਪਲੀ ਵਿਪ ਹੁੰਦਾ ਕੀ ਹੈ। ਤਾਂ ਵਿਪ ਹੁੰਦਾ ਇੱਕ ਡਿਸਿਪਲਿਨਰੀ ਮੈਨੇਜਮੈਂਟ, ਜਿਹੜਾ ਡਿਸਿਪਲਿਨ ਨੂੰ ਮੈਨੇਜ ਕਰਦਾ ਹੁੰਦਾ ਇੱਕ ਪਾਰਟੀ ਦੇ ਵਿੱਚ, ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ ਵਿਪ ਕਿਹਾ ਜਾਂਦਾ ਹੁੰਦਾ। ਜਿਵੇਂ ਕਾਂਗਰਸ ਦਾ ਅੱਡ ਵਿਪ ਹੋਊਗਾ, ਬੀਜੇਪੀ ਦਾ ਅੱਡ ਹੋਊਗਾ, ਅੱਡ ਪਾਰਟੀਜ਼ ਦੇ ਅੱਡ ਵਿਪ ਹੁੰਦੇ ਆ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸਿੰਪਲੀ ਤੁਹਾਨੂੰ ਇੱਦਾਂ ਹੀ ਪੁੱਛਿਆ ਜਾਣਾ ਵਿਪ ਦਾ ਮਤਲਬ ਕੀ ਹੁੰਦਾ। ਵਿਪ ਦਾ ਮਤਲਬ ਹੁੰਦਾ ਜੋ ਤੁਹਾਡੇ ਡਿਸਿਪਲਿਨਰੀ ਐਕਸ਼ਨ ਨੂੰ ਮੇਨਟੇਨ ਕਰੇ। ਹੁਣ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ, ਹਰ ਪਾਰਟੀ ਦਾ ਆਪਣਾ ਵਿਪ ਹੋਊਗਾ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਜ਼ਰੂਰੀ ਹੈਗਾ। ਸੋ ਸੈਸ਼ਨ ਆਫ ਦਾ ਪਾਰਲੀਮੈਂਟ। ਸੋ ਤੁਹਾਨੂੰ ਪਤਾ ਹੀ ਹੋਊਗਾ ਵੀ ਆਪਣੇ ਪਾਰਲੀਮੈਂਟ ਦੇ ਕਿੰਨੇ ਸੈਸ਼ਨ ਹੁੰਦੇ ਆ। ਓਵਰਆਲ ਈਅਰ ਦੇ ਵਿੱਚ 3 ਸੈਸ਼ਨ ਹੁੰਦੇ ਆ, ਪਰ ਪਾਰਲੀਮੈਂਟ ਨੂੰ ਐਟਲੀਸਟ 2 ਸੈਸ਼ਨ ਕੰਡਕਟ ਕਰਨੇ ਮੈਂਡੇਟਰੀ ਹੈਗੇ ਆ। ਸੋ ਆਫਟਰ 6 ਮੰਥ ਪਾਰਲੀਮੈਂਟ ਨੂੰ ਮਿਲਣਾ ਜ਼ਰੂਰੀ ਹੀ ਹੁੰਦਾ ਹੈ। ਸੋ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਵੇ ਵੀ ਕਿੰਨੇ ਸੈਸ਼ਨ ਮੈਂਡੇਟਰੀ ਹੈਗੇ ਪਾਰਲੀਮੈਂਟ ਦੇ ਹੋਣੇ, ਤਾਂ ਆਪਣਾ ਆਨਸਰ ਆ ਜਾਊਗਾ 2 ਸੈਸ਼ਨ ਮੈਂਡੇਟਰੀ ਹੈਗੇ ਪਾਰਲੀਮੈਂਟ ਦੇ ਕੰਡਕਟ ਕਰਾਉਣਾ। ਬਹੁਤ ਇੰਪੋਰਟੈਂਟ ਹੈਗਾ। ਦ ਪ੍ਰੈਜ਼ੀਡੈਂਟ ਫਰਮ ਟਾਈਮ ਟੂ ਟਾਈਮ ਸਮਨ ਈਚ ਹਾਊਸ ਆਫ ਦਾ ਪਾਰਲੀਮੈਂਟ ਟੂ ਮੀਟ। ਸੋ ਬਹੁਤ ਇੰਪੋਰਟੈਂਟ ਹੈਗਾ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਕੌਣ ਸਮਨ ਕਰਦਾ ਹੁੰਦਾ ਪਾਰਲੀਮੈਂਟ ਦੀ ਮੀਟਿੰਗ ਨੂੰ, ਤਾਂ ਆਪਣਾ ਆਨਸਰ ਆ ਜਾਊਗਾ ਪ੍ਰੈਜ਼ੀਡੈਂਟ ਸਮਨ ਕਰਦਾ ਹੁੰਦਾ, ਸਪੀਕਰ ਸਮਨ ਨਹੀਂ ਕਰਦਾ ਹੁੰਦਾ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ।
ਸੋ ਪਾਰਲੀਮੈਂਟ ਦੀ ਮੀਟਿੰਗ ਨੂੰ ਕੌਣ ਸਮਨ ਕਰਦਾ ਹੁੰਦਾ? ਪਾਰਲੀਮੈਂਟ ਦੀ ਮੀਟਿੰਗ ਨੂੰ ਪ੍ਰੈਜ਼ੀਡੈਂਟ ਸਮਨ ਕਰਦਾ ਹੁੰਦਾ। ਪ੍ਰੋਰੋਗੇਸ਼ਨ ਵੀ ਪ੍ਰੈਜ਼ੀਡੈਂਟ ਕਰਦਾ ਹੁੰਦਾ, ਮਤਲਬ ਟਰਮੀਨੇਟ ਕਰਨਾ ਪਾਰਲੀਮੈਂਟ ਦੀ ਮੀਟਿੰਗ ਨੂੰ, ਜਾਂ ਕਹਿ ਸਕਦੇ ਹਾਂ ਪਾਰਲੀਮੈਂਟ ਦੇ ਸੈਸ਼ਨ ਨੂੰ ਖਤਮ ਕਰਨਾ, ਉਹ ਵੀ ਪ੍ਰੈਜ਼ੀਡੈਂਟ ਮਤਲਬ ਆਦੇਸ਼ ਦਿੰਦਾ ਹੁੰਦਾ, ਜਾਂ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਮੈਸੇਜ ਕਨਵਾਈ ਕਰਦਾ ਹੁੰਦਾ ਵੀ ਹਾਂ ਤੁਹਾਡਾ ਜਿਹੜਾ ਸੈਸ਼ਨ ਹੈ ਖਤਮ ਹੋ ਗਿਆ। ਸੋ ਸਮਨ ਕੌਣ ਕਰਦਾ ਹੁੰਦਾ? ਸਮਨ ਮਤਲਬ ਬੁਲਾਉਣਾ। ਕੌਣ ਬੁਲਾਉਂਦਾ ਹੁੰਦਾ ਪਾਰਲੀਮੈਂਟ ਦੇ ਸੈਸ਼ਨ ਨੂੰ? ਤਾਂ ਆਪਣਾ ਆਨਸਰ ਆ ਜਾਊਗਾ ਪ੍ਰੈਜ਼ੀਡੈਂਟ ਬੁਲਾਉਂਦਾ ਹੁੰਦਾ ਪਾਰਲੀਮੈਂਟ ਦੇ ਸੈਸ਼ਨ ਨੂੰ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਇਹ ਚੀਜ਼, ਬਹੁਤ ਹੀ ਇੰਪੋਰਟੈਂਟ ਹੈਗੀ ਹੈ। ਸੋ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਸੋ ਆਪਣਾ ਨੈਕਸਟ ਹੈਗਾ, ਬਟ ਦਾ ਮੈਕਸਿਮਮ ਗੈਪ ਬਿਟਵੀਨ ਦ ਟੂ ਸੈਸ਼ਨ ਆਫ ਦ ਪਾਰਲੀਮੈਂਟ ਕੈਨ ਨਾਟ ਬੀ ਮੋਰ ਦੈਨ ਦ 6 ਮੰਥ। ਸੋ ਮੈਂ ਤੁਹਾਨੂੰ ਆਲਰੇਡੀ ਵੀ ਸਮਝਾ ਚੁੱਕਿਆ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ, ਸਪੈਸ਼ਲੀ ਜਿਹੜੇ ਆਪਣੇ ਜਿਵੇਂ ਕਿ ਪਟਵਾਰੀ ਹੋ ਗਿਆ, LDC ਦਾ ਐਗਜ਼ਾਮ ਹੋ ਗਿਆ, ਇਹਨਾਂ ਵਿੱਚ ਪੁੱਛ ਲਿਆ ਜਾਂਦਾ ਹੁੰਦਾ ਵੀ ਮੈਕਸਿਮਮ ਗੈਪ ਕਿੰਨਾ ਹੋਣਾ ਚਾਹੀਦਾ ਹੈ ਪਾਰਲੀਮੈਂਟ ਦੇ 2 ਸੈਸ਼ਨ ਦੇ ਵਿੱਚ। ਜਿਵੇਂ ਕਿ ਹੁਣ ਤੁਹਾਨੂੰ ਪਤਾ ਕੋਵਿਡ-19 ਦੇ ਦੌਰਾਨ ਆਪਣੇ 2 ਹੀ ਸੈਸ਼ਨ ਕੰਡਕਟ ਹੋਏ ਆ, ਤਾਂ ਇਸ ਬੇਸਿਸ 'ਤੇ ਆਪਾਂ ਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿੰਨੇ ਮੈਕਸਿਮਮ ਸੈਸ਼ਨ ਕੰਡਕਟ ਕਰਵਾਏ ਜਾਣੇ ਚਾਹੀਦੇ ਆ ਪੂਰੇ ਸਾਲ ਦੇ, ਮਿਨੀਮਮ ਸੈਸ਼ਨ ਕੰਡਕਟ ਕਰਵਾਏ ਜਾਣੇ ਚਾਹੀਦੇ ਆ, ਤਾਂ ਆਪਣਾ ਆਨਸਰ ਆ ਜਾਊਗਾ 2। ਤਾਂ ਮੈਕਸਿਮਮ ਟਾਈਮ ਪੀਰੀਅਡ ਕਿੰਨਾ, ਗੈਪ ਕਿੰਨਾ ਹੋਣਾ ਚਾਹੀਦਾ 2 ਸੈਸ਼ਨ ਦੇ ਵਿੱਚ, ਤਾਂ ਆਪਣਾ ਆਨਸਰ ਆ ਜਾਊਗਾ 6 ਮਹੀਨਿਆਂ ਬਾਅਦ ਪਾਰਲੀਮੈਂਟ ਦਾ ਮਿਲਣਾ ਜ਼ਰੂਰੀ ਹੈ, ਮੈਂਡੇਟਰੀ ਹੈ ਐਜ਼ ਪਰ ਦੀ ਕੌਨਸਟੀਟਿਊਸ਼ਨ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ। ਇਨ ਅਦਰ ਵਰਡ ਦਾ ਪਾਰਲੀਮੈਂਟ ਸ਼ੁੱਡ ਮੀਟ ਐਟਲੀਸਟ ਟਵਾਈਸ ਅ ਈਅਰ। ਹੁਣ ਆਪਾਂ ਨੂੰ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ, ਸਪੈਸ਼ਲੀ ਜਿਹੜੇ ਆਪਣੇ ਲੋਅਰ ਲੈਵਲ ਦੇ ਐਗਜ਼ਾਮ ਹੈਗੇ ਆ, ਪਟਵਾਰੀ ਹੋ ਗਿਆ, LDC ਹੋ ਗਿਆ, ਜਾਂ ਆਪਣੇ ਛੋਟੇ ਮਤਲਬ ਕਹਿ ਸਕਦੇ ਆ ਵੀ ਜਾਂ ਜਿਹੜੀ ਗ੍ਰੇਡ ਗਰੁੱਪ C ਦੀਆਂ ਪੋਸਟ ਹੈਗੀਆਂ PPSC ਕੰਡਕਟ ਨਹੀਂ ਕਰਾਉਂਦਾ, ਉਹਨਾਂ 'ਚ ਬਹੁਤ ਹੀ ਪਪੂਲਰ ਐਗਜ਼ਾਮ ਹੈਗਾ ਵੀ ਕਿੰਨੇ ਸੈਸ਼ਨ ਹੋਣਾ ਮੈਂਡੇਟਰੀ ਹੈ ਪਾਰਲੀਮੈਂਟ ਦੇ 1 ਸਾਲ ਦੇ ਵਿੱਚ। ਤਾਂ ਆਪਣਾ ਆਨਸਰ ਆ ਜਾਊਗਾ 1 ਸਾਲ ਦੇ ਵਿੱਚ 2 ਸੈਸ਼ਨ ਹੋਣਾ ਹੀ ਜ਼ਰੂਰੀ ਹੈ, ਮਤਲਬ ਲਾਜ਼ਮੀ ਹੈ, ਮੈਂਡੇਟਰੀ ਹੈ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਠੀਕ ਹੈ ਜੀ। 6 ਮਹੀਨਿਆਂ ਬਾਅਦ ਮਿਲਣਾ ਜ਼ਰੂਰੀ ਹੈਗਾ, ਅਤੇ ਪੂਰੇ ਸਾਲ ਦੇ ਵਿੱਚ 2 ਸੈਸ਼ਨ ਕੰਡਕਟ ਕਰਾਉਣਾ ਜ਼ਰੂਰੀ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈ ਬਹੁਤ ਜ਼ਿਆਦਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਜੋ ਆਪਣੇ ਲਈ ਰੈਲੇਵੈਂਟ ਹੈਗਾ। ਸੋ ਡਿਵਾਈਸਿਸ ਆਫ ਪਾਰਲੀਮੈਂਟਰੀ ਪ੍ਰੋਸੀਡਿੰਗ। ਹੁਣ ਪਾਰਲੀਮੈਂਟ ਹੈਗੀ ਹੈ, ਠੀਕ ਹੈ ਜੀ, ਉਹਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੈਗੀਆਂ। ਹੁਣ ਉਹਨਾਂ ਦਾ ਜਿਹੜਾ ਕਾਰਿਆਕਾਲ ਹੈਗਾ, ਜਾਂ ਕਹਿ ਸਕਦੇ ਉਹਨਾਂ ਦੀ ਵਰਕਿੰਗ ਹੈਗੀ ਹੈ, ਉਹਦੇ ਵਿੱਚ ਕਿਹੜੇ ਡਿਵਾਈਸਿਸ ਟੂਲਸ ਯੂਜ਼ ਕੀਤੇ ਜਾਂਦੇ ਹੈ, ਮਤਲਬ ਕਿ ਕਿਸ ਢੰਗ ਦੇ ਨਾਲ ਪ੍ਰੋਸੀਡਿੰਗ ਹੁੰਦੀ ਹੈ, ਕਿਸ ਢੰਗ ਦੇ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ। ਜੋ ਪ੍ਰੋਸੀਜਰ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਰੈਲੇਵੈਂਟ ਹੈਗੇ, ਆਪਾਂ ਉਹੀ ਪ੍ਰੋਸੀਜਰ ਪੜ੍ਹਾਂਗੇ। ਹਾਲਾਂਕਿ ਮਤਲਬ ਮੈਂ ਅੱਪਰ ਲੈਵਲ ਵੀ ਕਰਵਾ ਸਕਦਾ, ਜਿਵੇਂ ਕਿ ਤੁਹਾਨੂੰ ਮੋਸ਼ਨਸ ਵੀ ਦੱਸ ਸਕਦਾ, ਕਹਿ ਸਕਦੇ ਹਾਂ ਮਤਲਬ ਬਹੁਤ ਸਾਰੇ ਰੈਜ਼ੋਲੂਸ਼ਨ ਵੀ ਦੱਸ ਸਕਦਾ। ਜੋ ਚੀਜ਼ਾਂ ਆਪਣੇ ਲਈ ਜ਼ਰੂਰੀ ਹੈਗੀਆਂ, ਜੋ ਆਪਣੇ ਪੰਜਾਬ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀਆਂ, ਆਪਾਂ ਉਹੀ ਕਰਾਂਗੇ, ਬਾਕੀ ਹੋਰ ਕੁਛ ਨਹੀਂ ਕੀਤਾ ਜਾਊਗਾ। ਸੋ ਇਸ ਚੀਜ਼ ਨੂੰ ਆਪਾਂ ਮਤਲਬ ਪੰਜਾਬ ਦੇ ਐਗਜ਼ਾਮ ਨੂੰ ਵਿਊ ਪੁਆਇੰਟ ਰੱਖਦੇ ਹੋਏ ਆਪਾਂ ਸਾਰੀਆਂ ਚੀਜ਼ਾਂ ਕਰਾਂਗੇ, ਨਾ ਕਿ ਆਪਾਂ UPSC ਨੂੰ ਜਾਂ ਕਹਿ ਸਕਦੇ ਹਾਂ PPSC ਨੂੰ। ਸੋ ਮਤਲਬ ਕੋਸ਼ਿਸ਼ ਕਰਾਂਗੇ ਆਪਾਂ ਸਾਰੇ ਜਿਹੜੇ ਆਪਣੇ ਪੰਜਾਬ ਦੇ ਐਗਜ਼ਾਮ ਹਨ ਉਹ ਸਾਰੇ ਐਗਜ਼ਾਮਸ ਦਾ ਲੈਵਲ ਮੈਚ ਕਰੀਏ, ਭਾਵੇਂ PPSC ਹੈ, ਭਾਵੇਂ ਉਹ ਪਟਵਾਰੀ ਦਾ ਐਗਜ਼ਾਮ ਹੈ, ਭਾਵੇਂ ਉਹ ਨੈਬ ਦਾ ਐਗਜ਼ਾਮ ਹੈ, ਭਾਵੇਂ ਕੋਈ ਵੀ ਐਗਜ਼ਾਮ ਹੈ ਪੰਜਾਬ ਦਾ, ਤਾਂ ਆਪਾਂ ਬੈਲੈਂਸ ਦੇ ਤਰੀਕੇ ਨਾਲ ਕਰਨਾ ਵੀ ਆਪਾਂ ਛੱਡਣਾ ਵੀ ਕੁਛ ਨਹੀਂ ਹੈ, ਅਤੇ ਆਪਾਂ ਪੂਰਾ ਵੀ ਸਾਰਾ ਕੁਛ ਕਰਨਾ, ਠੀਕ ਹੈ। ਸੋ ਇਸ ਢੰਗ ਦੇ ਨਾਲ ਕਰਨਾ, ਠੀਕ ਹੈ। ਸੋ ਦਾ ਕੁਐਸਚਨ ਆਵਰ ਪੜ੍ਹਦੇ ਹਾਂ। ਕੁਐਸਚਨ ਆਵਰ ਹੁੰਦਾ ਵੀ ਜਿੱਥੇ ਕੁਐਸਚਨ ਪੁੱਛੇ ਜਾਂਦੇ ਹੁੰਦੇ ਆ। ਦ ਫਸਟ ਆਵਰ ਆਫ ਦ ਐਵਰੀ ਪਾਰਲੀਮੈਂਟਰੀ ਸਿਟਿੰਗ ਇਜ਼ ਸਲੋਟਡ ਫॉर ਦਿਸ। ਜਦੋਂ ਵੀ ਪਾਰਲੀਮੈਂਟਰੀ ਪ੍ਰੋਸੀਡਿੰਗ ਸਟਾਰਟ ਹੁੰਦੀ ਹੈ, ਜਿਵੇਂ ਕਿ ਪ੍ਰੈਜ਼ੀਡੈਂਟ ਨੇ ਸਮਨ ਕੀਤਾ ਹੈ, ਤਾਂ ਪ੍ਰੈਜ਼ੀਡੈਂਟ ਜਿਹੜੀ ਪਾਰਲੀਮੈਂਟ ਹੈ ਇਕੱਠੀ ਹੋ ਗਈ ਹੈ, ਲੋਕ ਸਭਾ ਰਾਜ ਸਭਾ ਆਪਣੇ ਸੈਸ਼ਨ ਕੰਡਕਟ ਕਰ ਰਹੀਆਂ, ਤਾਂ ਜਿਹੜਾ ਸੈਸ਼ਨ ਦਾ ਪਹਿਲਾ ਆਰ ਹੋਊਗਾ ਉਹਨੂੰ ਕੁਐਸਚਨ ਆਰ ਕਿਹਾ ਜਾਂਦਾ ਹੁੰਦਾ। ਅਲੱਗ-ਅਲੱਗ MPs ਦੁਆਰਾ ਅਲੱਗ-ਅਲੱਗ ਕੁਐਸਚਨ ਪੁੱਛੇ ਜਾਂਦੇ ਹੁੰਦੇ ਆ, ਠੀਕ ਹੈ ਜੀ। ਸੋ ਉਹਨਾਂ ਦੇ ਕੁਛ ਇਹੋ ਜਿਹੇ ਕੁਐਸਚਨ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਜਵਾਬ ਰਿਟਨ ਫਾਰਮ ਦੇ ਵਿੱਚ ਦਿੱਤੇ ਜਾਂਦੇ ਹੁੰਦੇ ਆ, ਕੁਛ ਇਹੋ ਜਿਹੇ ਹੁੰਦੇ ਆ ਜਿਹੜੇ ਔਰਲ ਫਾਰਮ ਦੇ ਵਿੱਚ ਦਿੱਤੇ ਜਾਂਦੇ ਹੁੰਦੇ ਆ। ਸੋ ਉਹਨਾਂ ਬਾਰੇ ਪੜ੍ਹਦੇ ਹਾਂ, ਕਿਹੜੇ ਰਿਟਨ ਫਾਰਮ ਦੇ ਵਿੱਚ ਆਨਸਰ ਦਿੱਤੇ ਜਾਂਦੇ ਆ, ਕਿਹੜੇ ਔਰਲ ਫਾਰਮ ਦੇ ਵਿੱਚ ਦਿੱਤੇ ਜਾਂਦੇ ਆ, ਥੋੜ੍ਹਾ ਜਿਹਾ ਉਹਨਾਂ ਬਾਰੇ ਵਿਸਤਾਰ ਦੇ ਵਿੱਚ ਪੜ੍ਹਦੇ ਹਾਂ ਆਪਾਂ। ਕੱਲ੍ਹ ਨੂੰ ਆਪਾਂ ਨੂੰ ਇੱਦਾਂ ਵੀ ਪੁੱਛ ਲਿਆ ਜਾਂਦਾ ਹੁੰਦਾ ਵੀ ਕਿੰਨੇ ਤਰ੍ਹਾਂ ਦੇ ਕੁਐਸਚਨ ਹੁੰਦੇ ਆ। ਦੇਰ ਆਰ 3 kinds of question, ਸਟਾਰਡ, ਅਨਸਟਾਰਡ ਐਂਡ ਦਾ ਸ਼ੋਰਟ ਨੋਟਿਸ ਕੁਐਸਚਨ। ਸੋ ਇਹਨਾਂ ਬਾਰੇ ਪੜ੍ਹਦੇ ਹਾਂ। ਸਟਾਰਟ ਦਾ ਮਤਲਬ ਕੀ ਹੁੰਦਾ, ਅਨਸਟਾਰਡ ਅਤੇ ਸ਼ੋਰਟ ਨੋਟਿਸ ਕੁਐਸਚਨ ਦਾ ਮਤਲਬ ਕੀ ਹੁੰਦਾ। ਸੋ ਕਿੱਦਾਂ ਇਹਨਾਂ ਦੀ ਪ੍ਰੋਸੀਡਿੰਗ ਹੁੰਦੀ ਹੈ, ਕਿੱਦਾਂ ਇਹਨਾਂ ਦੀ ਗੱਲਬਾਤ ਹੁੰਦੀ ਹੈ। ਸੋ ਇਹਨਾਂ ਬਾਰੇ ਪੜ੍ਹਦੇ ਹਾਂ ਆਪਾਂ। ਸੋ ਸਟਾਰਟ ਕੁਐਸਚਨ ਰਿਕੁਆਇਰਸ ਐਨ ਔਰਲ ਆਨਸਰ ਐਂਡ ਹੈਂਸ ਸਪਲੀਮੈਂਟਰੀ ਕੁਐਸਚਨ ਕੈਨ ਫੋਲੋ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ ਵੀ ਜਿਹੜੇ ਸਟਾਰਟ ਕੁਐਸਚਨ ਹੁੰਦੇ ਆ ਔਰਲ ਜਿਹਦੇ ਉਹਨਾਂ ਦੇ ਔਰਲ ਆਨਸਰ ਦਿੱਤੇ ਜਾ ਸਕਦੇ ਹੁੰਦੇ ਹੈ। ਅਤੇ ਜਿਹੜਾ ਮਤਲਬ ਸਪੋਜ਼ ਕਰ ਲਓ ਕਿਸੇ MP ਨੇ, ਭਗਵੰਤ ਮਾਨ ਨੇ ਆਪਣੇ ਮੋਦੀ ਜੀ ਕੋਲੋਂ ਕੁਐਸਚਨ ਪੁੱਛਿਆ, ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ, ਤਾਂ ਭਗਵੰਤ ਮਾਨ ਨੇ ਉਹਨਾਂ ਕੋਲੋਂ ਇੱਕ ਦੂਸਰਾ ਕੁਐਸਚਨ ਪੁੱਛ ਲਿਆ। ਸੋ
ਉਹਨਾਂ ਦੇ ਜਿਹੜੇ ਆਨਸਰਸ ਹੈ ਓਰਲ ਹੁੰਦੇ, ਜਿਹੜੇ ਸਟਾਰਟ ਕੁਐਸਚਨ ਹੁੰਦੇ ਆਨਸਰ ਵੀ ਓਰਲ ਹੁੰਦੇ ਆ ਤੇ ਦੂਜੇ ਕੁਐਸਚਨ ਵੀ ਪੁੱਛੇ ਜਾ ਸਕਦੇ ਆ, ਮਤਲਬ ਸਪਲੀਮੈਂਟਰੀ ਕੁਐਸਚਨ ਵੀ ਪੁੱਛੇ ਜਾ ਸਕਦੇ ਹੁੰਦੇ ਆ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਸੋ ਅਨਸਟਾਰਟ ਕੁਐਸਚਨ ਔਨ ਦਾ ਅਦਰ ਹੈਂਡ ਰਿਕੁਆਇਰਸ ਅ ਰਿਟਨ ਆਨਸਰ ਐਂਡ ਹੈਂਸ ਸਪਲੀਮੈਂਟਰੀ ਕੁਐਸਚਨ ਕੈਨ ਨਾਟ ਫੋਲੋ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜੋ ਜਿਹੜੇ ਅਨਸਟਾਰਟ ਕੁਐਸਚਨ ਹੁੰਦੇ ਆ ਉਹਨਾਂ ਦੇ ਸਪਲੀਮੈਂਟਰੀ ਆਨਸਰ ਨਹੀਂ ਦਿੱਤੇ ਜਾਂਦੇ ਹੁੰਦੇ, ਜਾਂ ਕਹਿ ਸਕਦੇ ਸਪਲੀਮੈਂਟਰੀ ਕੁਐਸਚਨ ਨਹੀਂ ਪੁੱਛੇ ਜਾ ਸਕਦੇ ਹੁੰਦੇ ਤੇ ਰਿਟਨ ਫਾਰਮ ਦੇ ਵਿੱਚ ਹੁੰਦੇ। ਜਿਹੜੇ ਅਨਸਟਾਰਟ ਕੁਐਸਚਨ ਹੁੰਦੇ ਰਿਟਨ ਫਾਰਮ ਦੇ ਵਿੱਚ ਹੁੰਦੇ ਆ, ਠੀਕ ਹੈ। ਸੋ ਇਸ ਚੀਜ਼ ਨੂੰ ਤੁਸੀਂ ਜੇ ਥੋੜ੍ਹਾ ਇੰਨਾ ਧਿਆਨ ਰੱਖਣਾ ਵੀ ਸਟਾਰਟ ਦਾ ਮਤਲਬ ਕੀ ਹੁੰਦਾ, ਅਨਸਟਾਰਟ ਦਾ ਕੀ ਹੁੰਦਾ ਤੇ ਸ਼ੋਰਟ ਨੋਟਿਸ ਕੁਐਸਚਨ ਦਾ ਮਤਲਬ ਕੀ ਹੁੰਦਾ। ਸ਼ੋਰਟ ਨੋਟਿਸ ਕੁਐਸਚਨ ਇਜ਼ ਵਨ ਆਫ ਦੈਟ ਆਸ ਆਸਕਡ ਬਾਈ ਗਿਵਿੰਗ ਏ ਨੋਟਿਸ ਲੈਸ ਦੈਨ 10 days ਇਟ ਆਨਸਰ ਔਰਲੀ। ਬਹੁਤ ਸੋ ਇਹਦੇ ਵਿੱਚ ਕੀ ਹੁੰਦਾ ਵੀ ਸਪੋਜ਼ ਕਰੋ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਕੁਐਸਚਨ ਪੁੱਛਣਾ ਤਾਂ ਉਹਨੇ ਨੋਟਿਸ ਦਿੱਤਾ ਵੀ ਹਾਂ ਤੈਨੂੰ ਮੈਂ ਇੱਕ ਕੁਐਸਚਨ ਪੁੱਛਿਆ, ਤੂੰ ਆਪਣਾ ਇੱਕ ਆਨਸਰ ਹੈ ਕੁਛ ਟਾਈਮ ਬਾਅਦ 10 ਦਿਨਾਂ ਬਾਅਦ ਦੇ ਦੀ। ਤਾਂ ਇੱਦਾਂ ਦੇ ਕੁਐਸਚਨ ਪੁੱਛੇ ਜਾਂਦੇ ਆ, ਇਹਨਾਂ ਦੇ ਜਿਹੜੇ ਆਨਸਰ ਹੁੰਦੇ ਔਰਲੀ ਹੁੰਦੇ ਆ, ਠੀਕ ਹੈ ਜੀ। ਸੋ ਬਹੁਤ ਹੀ ਇੰਪੋਰਟੈਂਟ ਹੈ, ਮਤਲਬ ਅਨਸਟਾਰਟ, ਸਟਾਰਟ ਤੇ ਸ਼ੋਰਟ ਨੋਟਿਸ ਕੁਐਸਚਨ। ਸੋ ਦੋ ਕੁਐਸਚਨਾਂ ਦੇ ਜਵਾਬ ਔਰਲੀ ਦਿੱਤੇ ਜਾਂਦੇ ਹੁੰਦੇ ਆ, ਸਟਾਰਟ ਤੇ ਨੋਟਿਸ, ਸ਼ੋਰਟ ਨੋਟਿਸ ਵਾਲੇ ਦੇ। ਤੇ ਜਿਹੜਾ ਆਪਣਾ ਅਨਸਟਾਰਟ ਹੁੰਦਾ ਉਹਦਾ ਰਿਟਨ ਆਨਸਰ ਦਿੱਤਾ ਜਾਂਦਾ ਹੈ ਤੇ ਸਪਲੀਮੈਂਟਰੀ ਕੁਐਸਚਨ ਨਹੀਂ ਪੁੱਛੇ ਜਾਂਦੇ। ਬਾਕੀ ਸਾਰਿਆਂ ਵਿੱਚ ਸਪਲੀਮੈਂਟਰੀ ਕੁਐਸਚਨ ਪੁੱਛੇ ਜਾ ਸਕਦੇ ਹੁੰਦੇ, ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਆਪਣੀ ਸਲਾਈਡ ਦੇ ਵਿੱਚ ਕੀ ਹੈਗਾ, ਸੋ 0 ਆਵਰ ਬਾਰੇ ਪੜ੍ਹਦੇ ਹਾਂ। ਜਦੋਂ ਕੁਐਸਚਨ ਆਵਰ ਖਤਮ ਹੋ ਜਾਂਦਾ ਤਾਂ 0 ਆਵਰ ਸਟਾਰਟ ਹੁੰਦਾ, ਤਾਂ ਉਹਦੇ ਬਾਰੇ ਆਪਾਂ ਪੜ੍ਹਦੇ ਹਾਂ। ਅਨਲਾਈਕ ਦਾ ਕੁਐਸਚਨ ਆਵਰ 0 ਆਵਰ ਇਜ਼ ਨਾਟ ਮੈਂਸ਼ਨ ਇਨ ਦਾ ਰੂਲ ਆਫ ਪ੍ਰੋਸੀਜਰ। ਸੋ ਜਿਹੜੇ ਪਾਰਲੀਮੈਂਟ ਦੇ ਰੂਲ ਹੁੰਦੇ ਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹਦੇ 0 ਆਵਰ ਦਾ ਕੋਈ ਵੀ ਜ਼ਿਕਰ ਨਹੀਂ ਹੈ। ਇੱਕ ਕਨਵੈਨਸ਼ਨ ਹੈ। ਕਨਵੈਨਸ਼ਨ ਦਾ ਮਤਲਬ ਕੀ ਹੁੰਦਾ, ਇੱਕ ਇਜਾਦ ਕੀਤੀ ਹੋਈ ਹੈ, ਜਿਵੇਂ ਬੰਦਿਆਂ ਨੇ ਜਾਂ ਕਹਿ ਸਕਦੇ ਕਸਟਮ ਬਣ ਗਿਆ ਹੁਣ ਵੀ ਹਾਂ ਪਾਰਲੀਮੈਂਟ ਦੇ ਵਿੱਚ ਇੱਦਾਂ ਦਾ ਹੋਣਾ ਹੀ ਚਾਹੀਦਾ। ਤਾਂ ਇੱਕ ਤਰ੍ਹਾਂ ਦੀ ਇਜਾਜ਼ਤ ਹੈਗੀ ਹੈ। ਆਪਣੇ ਜਿਹੜੇ ਪ੍ਰੋਸੀਜਰ ਹੈਗੇ ਆ ਲੋਕ ਸਭਾ ਦੇ ਵਿੱਚ ਉਹ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ। ਸਪੈਸ਼ਲੀ ਇਹ ਜਿਹੜੀ ਲਾਈਨ ਲਿਖੀ ਗਈ ਹੈ PPSC ਐਸਪੀਰੈਂਟ ਲਈ ਹੈਗੀ ਹੈ ਵੀ ਜਿਹੜੇ ਸਟਾਰਟ ਕੁਐਸਚਨ ਹੈਗੇ ਆ, ਸੌਰੀ ਕਹਿ ਸਕਦੇ ਆਪਣੇ 0 ਆਵਰ ਹੈਗਾ, ਉਹ ਕਿਤੇ ਵੀ ਆਪਣੇ ਰੂਲ ਐਂਡ ਪ੍ਰੋਸੀਜਰ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੋਇਆ, ਆਪਣੇ ਲੋਕ ਸਭਾ ਦੇ ਰਾਜ ਸਭਾ ਦੇ ਰੂਲਸ ਦੇ ਪ੍ਰੋਸੀਜਰ ਦੇ ਵਿੱਚ। ਸੋ ਪਰਟੀਕੂਲਰਲੀ PPSC ਐਸਪੀਰੈਂਟ ਲਈ ਇਹ ਚੀਜ਼ ਲਾਈਨ ਲਿਖੀ ਹੈ ਮੈਂ। ਬਾਕੀ ਮਤਲਬ ਜਿਹੜੇ ਆਪਣੇ ਪਟਵਾਰੀ ਦੇ ਜਾਂ ਕੋਈ ਸਕਦੇ LDC ਐਗਜ਼ਾਮ ਹੈਗਾ ਜਾਂ ਗਰੁੱਪ C ਦੇ ਜਿੰਨੇ ਵੀ ਐਗਜ਼ਾਮ ਹੈਗੇ ਆ ਉਹ ਇਸ ਚੀਜ਼ ਨੂੰ ਛੱਡ ਸਕਦੇ ਆ। ਬਸ ਤੁਸੀਂ ਇੰਨਾ ਯਾਦ ਰੱਖਣਾ ਵੀ ਜਿਹੜਾ 0 ਆਵਰ ਹੈਗਾ ਉਹ ਕੁਐਸਚਨ ਆਵਰ ਤੋਂ ਬਾਅਦ ਸਟਾਰਟ ਹੁੰਦਾ। ਜਦ 0 ਆਵਰ ਸਟਾਰਟ ਇਮੀਡੀਏਟਲੀ ਆਫਟਰ ਦਾ ਕੁਐਸਚਨ ਆਵਰ ਲਾਸਟ ਅੰਟਿਲ ਦਾ ਏਜੰਡਾ ਆਫ ਦਾ ਡੇ। ਇਨ ਅਦਰ ਵਰਡ, ਦਾ ਟਾਈਮ ਗੈਪ ਬਿਟਵੀਨ ਦਾ ਕੁਐਸਚਨ ਆਵਰ ਐਂਡ ਦਾ 0 ਆਵਰ ਐਂਡ ਦਾ ਏਜੰਡਾ ਆਵਰ ਇਜ਼ ਨੋਨ ਐਜ਼ ਦਾ 0 ਆਵਰ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ 0 ਆਵਰ ਕਦੋਂ ਹੁੰਦਾ, ਤਾਂ ਆਪਾਂ ਕਹਾਂਗੇ ਕੁਐਸਚਨ ਆਵਰ ਤੇ ਏਜੰਡਾ ਆਵਰ ਦੇ ਵਿਚਾਲੇ ਜਿਹੜਾ ਆਰ ਹੁੰਦਾ ਉਹਨੂੰ ਕਿਹਾ ਜਾਂਦਾ ਹੁੰਦਾ 0 ਆਰ। ਬਹੁਤ ਹੀ ਇੰਪੋਰਟੈਂਟ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ ਐਕਸਟ੍ਰੀਮਲੀ ਇੰਪੋਰਟੈਂਟ ਪੁਆਇੰਟ ਹੈਗਾ। ਸੋ ਇਹ ਸਾਰਿਆਂ ਲਈ ਇੰਪੋਰਟੈਂਟ ਹੈਗਾ, ਨਾ ਕਿ ਸਿਰਫ PPSC ਲਈ। PPSC ਲਈ ਜੋ ਪਰਟੀਕੂਲਰ ਚੀਜ਼ਾਂ ਹੋਣਗੀਆਂ ਮੈਂ ਦੱਸਦਾ ਜਾਊਂਗਾ ਤੁਹਾਨੂੰ ਨਾਲ ਜੋ ਸਿਰਫ PPSC ਲਈ ਹੀ ਰੈਲੇਵੈਂਟ ਹੋਣਗੀਆਂ। ਤੁਸੀਂ ਬਾਕੀ ਜਿਹੜੇ ਐਗਜ਼ਾਮ ਹੈਗੇ ਗਰੁੱਪ C ਦੇ ਜਿੰਨੇ ਵੀ ਐਗਜ਼ਾਮ ਹੈਗੇ ਤੁਸੀਂ ਉਹਨਾਂ ਨੂੰ ਛੱਡ ਸਕਦੇ ਹੋ, ਠੀਕ ਹੈ। ਸੋ ਆਪਾਂ ਇੱਕ ਸਲਾਈਡ ਹੋਰ ਕਰਦੇ ਹਾਂ ਜੋ ਆਪਣੇ ਲਈ ਰੈਲੇਵੈਂਟ ਹੈਗੀ ਹੈ। ਸੋ ਨੈਕਸਟ ਹੈਗਾ ਅਡਜਰਨਮੈਂਟ ਮੋਸ਼ਨ। It is introduced in the parliament to draw attention of the house to a definite matter of urgent public importance and the needs the support of 50 members to be admitted. It involves an element of censure against the government, hence Rajya Sabha is not permitted to make use of this device. बहुत ही important point है। ਕਿਸੇ ਪਰਟੀਕੂਲਰ ਮੁੱਦੇ ਤੇ ਗਵਰਨਮੈਂਟ ਦਾ ਧਿਆਨ ਲੈ ਕੇ ਆਉਣਾ ਹੋਵੇ ਉਸ ਚੀਜ਼ ਨੂੰ ਕਿਹਾ ਜਾਂਦਾ ਅਡਜਰਨਮੈਂਟ ਮੋਸ਼ਨ। ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈਗਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ UPSC ਨੇ ਇਹ ਵਾਲਾ ਕੁਐਸਚਨ ਪੁੱਛਿਆ ਹੋਇਆ। ਅਡਜਰਨਮੈਂਟ ਮੋਸ਼ਨ 'ਚ ਕੀ ਹੁੰਦਾ, ਇੱਕ ਪਰਟੀਕੂਲਰ ਮੁੱਦੇ ਤੇ ਕਿਸੇ ਗੱਲ ਨੂੰ ਲੈ ਕੇ ਆਉਣਾ ਜਾਂ ਕਹਿ ਸਕਦੇ ਮਿਨਿਸਟਰ ਦਾ ਧਿਆਨ ਵਟਾਉਣਾ। ਇਹ ਜਿਹੜਾ ਅਡਜਰਨਮੈਂਟ ਮੋਸ਼ਨ ਹੁੰਦਾ ਕਦੋਂ ਸਟਾਰਟ ਹੁੰਦਾ, ਜਦੋਂ ਐਟਲੀਸਟ 50 ਮੈਂਬਰਸ ਇਹਨੂੰ ਐਡਮਿਟ ਕਰਦੇ ਆ, ਮਤਲਬ ਸਪੋਰਟ ਕਰਦੇ ਆ, ਉਦੋਂ ਹੀ ਇਹ ਮੋਸ਼ਨ ਲਾਗੂ ਕੀਤਾ ਜਾ ਸਕਦਾ। ਅਦਰਵਾਈਜ਼ ਇਹ ਮੋਸ਼ਨ ਅਡਜਰਨਮੈਂਟ ਮੋਸ਼ਨ ਨਹੀਂ ਲਾਗੂ ਕੀਤਾ ਜਾ ਸਕਦਾ। ਇਟ ਇਨਵੋਲਵਸ ਐਨ ਐਲੀਮੈਂਟ ਆਫ ਸੈਂਸਰ ਅਗੇਂਸਟ ਦਾ ਗਵਰਨਮੈਂਟ, ਹੈਂਸ ਰਾਜ ਸਭਾ ਇਜ਼ ਨਾਟ ਪਰਮਿਟਡ ਟੂ ਮੇਕ ਯੂਜ਼ ਆਫ ਦਿਸ ਡਿਵਾਈਸ। ਸੋ ਰਾਜ ਸਭਾ ਦੇ ਵਿੱਚ ਮੋਸ਼ਨ ਨਹੀਂ ਲਾਗੂ ਕੀਤਾ ਜਾ ਸਕਦਾ ਕਿਉਂਕਿ ਇੱਕ ਗੌਰਮੈਂਟ ਦੀ ਨਿੰਦਾ ਕਰਨ ਵਾਸਤੇ ਮੋਸ਼ਨ ਬੇਸਿਕਲੀ ਯੂਜ਼ ਕੀਤਾ ਜਾਂਦਾ ਹੁੰਦਾ। ਜਿਹੜਾ ਅਡਜਰਨਮੈਂਟ ਮੋਸ਼ਨ ਹੁੰਦਾ ਵੀ ਜਿਹੜੀਆਂ ਪਬਲਿਕ ਦੀਆਂ ਇੰਪੋਰਟੈਂਟ ਗੱਲਾਂ ਹੈਗੀਆਂ ਉਹਨੂੰ ਧਿਆਨ ਦੇ ਵਿੱਚ ਲੈ ਕੇ ਆਇਆ ਜਾਂਦਾ ਅਤੇ ਗੌਰਮੈਂਟ ਦੀ ਨਿੰਦਾ ਕੀਤੀ ਜਾਂਦੀ ਹੈ ਵੀ ਹਾਂ ਤੁਸੀਂ ਪਬਲਿਕ ਦੀ ਗੱਲ ਕਿਉਂ ਨਹੀਂ ਸੁਣ ਰਹੇ। ਇਹਨੂੰ ਐਟਲੀਸਟ 50 ਮੈਂਬਰਸ ਸਪੋਰਟ ਕਰਦੇ ਆ, ਉਦੋਂ ਅਡਜਰਨਮੈਂਟ ਮੋਸ਼ਨ ਲਾਗੂ ਹੁੰਦਾ। ਸਪੋਜ਼ ਕਰ ਲਓ ਜਿਹੜਾ ਆਪਣੇ ਫਾਰਮਰ ਦਾ ਜਿਹੜੇ ਉੱਥੇ ਡੈਥ ਹੋਈਆਂ ਜਾਂ ਕਹਿ ਸਕਦੇ ਹਾਂ ਫਾਰਮਰ ਪ੍ਰੋਟੈਸਟ ਚੱਲ ਰਿਹਾ ਉੱਥੇ ਆਪਣੇ ਸਿੰਘੂ ਬਾਰਡਰ 'ਤੇ, ਟਿਕਰੀ ਬਾਰਡਰ 'ਤੇ, ਤਾਂ ਉੱਥੇ ਕੀ ਹੋਊਗਾ ਵੀ ਜਿਹੜੇ ਆਪਣੇ MPs ਹੈਗੇ ਜਿਹੜੀ ਆਪਣੀ ਸਪੋਰਟ ਕਰਦੇ, ਫਾਰਮਰ ਦੀ ਸਪੋਰਟ ਕਰਦੇ, 50 MPs ਇਕੱਠੇ ਹੋ ਜਾਣਗੇ ਤਾਂ ਕਹਿਣਗੇ ਵੀ ਗੌਰਮੈਂਟ ਦਾ ਧਿਆਨ ਲੈ ਕੇ ਆਉਣਗੇ ਇੱਕ ਪਰਟੀਕੂਲਰ ਮੁੱਦੇ 'ਤੇ, ਫਾਰਮਰ ਪ੍ਰੋਟੈਸਟ 'ਤੇ, ਫਾਰਮਰ ਬਿਲਸ 'ਤੇ।
ਤਾਂ ਉਸ ਚੀਜ਼ ਨੂੰ ਜਦੋਂ ਉਹ ਚੀਜ਼ ਲੈ ਕੇ ਆਈ ਜਾਊਗੀ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਤਾਂ ਉਸ ਚੀਜ਼ ਨੂੰ ਕਿਹਾ ਜਾਊਗਾ ਅਡਜਰਨਮੈਂਟ ਮੋਸ਼ਨ। ਸੋ ਐਟਲੀਸਟ 50 ਬੰਦੇ ਅਗਰ ਇਹਨੂੰ ਅਸੈਪਟ ਕਰਨਗੇ ਤਾਂ ਹੀ ਇਹ ਮੋਸ਼ਨ ਲਾਗੂ ਕੀਤਾ ਜਾਊਗਾ, ਜਾਂ ਕਹਿ ਸਕਦੇ ਹਾਂ ਲੋਕ ਸਭਾ ਦੇ ਵਿੱਚ ਲੈ ਕੇ ਆਇਆ ਜਾ ਸਕਦਾ। ਇਹਨੂੰ ਰਾਜ ਸਭਾ ਦੇ ਵਿੱਚ ਇਹ ਮੋਸ਼ਨ ਨੂੰ ਨਹੀਂ ਲੈ ਕੇ ਆਇਆ ਜਾ ਸਕਦਾ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ, ਤੇ ਆਪਣੇ ਕਮੈਂਟਸ ਜ਼ਰੂਰ ਦਿਓ ਵੀ ਤੁਹਾਨੂੰ ਲੈਕਚਰਸ ਕਿੱਦਾਂ ਦੇ ਲੱਗ ਰਹੇ ਆ। ਥੈਂਕ ਯੂ ਸੋ ਮਚ।